परम सन्मानयोग गुरु रूप गुरु खालसा साध संगत जी। वाहिगुरु जी का खालसा वाहिगुरु जी की फतेह। प्यारी साध संगत जी, एक वारी धन धन बाबा श्री चंद जी ने संगतां नूं साईं लोकां दे कुछ बचन सुनाए तां बाबा जी दे बचन सुन के कईयां दे संसे निवृत्त होए। बसरे विच राबिया नाम दी एक रब दी भगतनी हुई है। देश विच बहुत काल पै गया। एक शाहूकार ने उसनूं लौंडी दे तौर ते खरीद लिया। ਉਹ ਉਸ ਤੋਂ सख्त काम ਲੈਂਦਾ ਸੀ। ਤਾਂ ਰਾਬਿਆ घर ਦਾ सब ਕੰਮਕਾਰ ਕਰਕੇ ਰਾਤ ਨੂੰ ਵਿਹਲੀ ਹੁੰਦੀ ਸੀ ਤੇ ਰੱਬ ਦੀ ਭਗਤੀ ਵੱਲ ਲੱਗ ਜਾਂਦੀ ਸੀ। ਇੱਕ ਦਿਨ ਉਸ ਮਾਲਕ ਦੀ ਜਾਗ ਖੁੱਲ੍ਹੀ ਤਾਂ ਰਾਬਿਆ ਦੀ ਕੋਠੜੀ ਵਿੱਚ ਕੁਝ ਰੋਸ਼ਨੀ ਸੀ। ਦੇਖ ਕੇ ਗੁੱਸੇ ਨਾਲ ਉੱਠਿਆ ਕਿ ਲੌਂਡੀ ਤੇਲ ਖਰਚ ਕਰ ਰਹੀ ਹੈ। ਜਦੋਂ ਖਿੜਕੀ ਥਾਣੀ ਵੇਖਿਆ ਤਾਂ ਉਸਨੂੰ ਕੋਈ ਵੀ ਦੀਵਾ ਨਹੀਂ ਦਿਸਿਆ। ਇਹ ਰੋਸ਼ਨੀ ਉਸਦੇ ਚਿਹਰੇ ਤੋਂ ਨਿਕਲ ਰਹੀ ਸੀ। ਉਹ ਰੱਬ ਦੇ ਧਿਆਨ ਵਿੱਚ ਅੱਖਾਂ ਮੀਟੀ ਬੈਠੀ ਸੀ। ਉਸਦੇ ਮੂੰਹੋਂ ਨਿਕਲਿਆ, ਹੇ ਮੇਰੇ ਮਾਲਕ ਰੱਬ ਜੀ, ਜੇ ਮੈਂ ਲੌਂਡੀ ਨਾ ਹੁੰਦੀ ਤਾਂ ਬੰਦਗੀ ਤੋਂ ਦਮ ਭਰ ਵੀ ਗਾਫਲ ਨਾ ਹੁੰਦੀ। ਪਰ ਕੀ ਕਰਾਂ, ਮੈਂ ਇੱਕ ਇਨਸਾਨ ਦੇ ਕਬਜ਼ੇ ਵਿੱਚ ਹਾਂ। ਹੁਣੇ ਹੀ ਵੇਲ ਮਿਲਿਆ ਹੈ ਔਰ ਤੇਰੀ ਯਾਦ ਵਿੱਚ ਬੈਠੀ ਹਾਂ। ਮੇਰੇ ਪਿਛਲੇ ਗੁਨਾਹ ਬਖਸ਼ ਅਤੇ ਤੂੰ ਮੈਨੂੰ ਆਪਣੀ ਯਾਦ ਲਈ ਵੱਧ ਤੋਂ ਵੱਧ ਸਮਾਂ ਦੇ। ਮਾਲਕ ਇਹ ਸੁਣ ਕੇ ਸੌਂ ਗਿਆ ਔਰ ਸਵੇਰੇ ਉੱਠ ਕੇ ਰਾਬਿਆ ਨੂੰ ਆਖਿਆ ਕਿ ਅੱਜ ਤੋਂ ਤੂੰ ਆਜ਼ਾਦ ਹੈ। ਜਿੱਥੇ ਮਰਜ਼ੀ ਚਾਹੋ, ਜੇ ਇਸ ਘਰ ਵਿੱਚ ਰਹੋ ਤਾਂ ਕੋਈ ਕੰਮ ਨਹੀਂ ਕਰਨਾ। ਰੋਟੀ ਕੱਪੜਾ ਤੁਹਾਨੂੰ ਮਿਲ ਜਾਇਆ ਕਰੇਗਾ। ਉਸ ਦਿਨ ਤੋਂ ਇੱਕ ਟੁੱਟੇ ਫੁੱਟੇ ਮਕਾਨ ਵਿੱਚ ਜਾ ਕੇ ਡੇਰਾ ਕੀਤਾ। ਘਰੇ ਰੱਬ ਦੀ ਯਾਦ ਵਿੱਚ ਸਮਾਂ ਬਿਤਾਉਂਦੀ ਰਹੀ। ਸਤਸੰਗੀ ਆਰਫ ਲੋਕ ਆ ਕੇ ਉਸ ਨਾਲ ਬਚਨ ਬਿਲਾਸ ਕਰਦੇ ਰਹਿੰਦੇ ਸਨ। ਇੱਕ ਦਿਨ ਕਿਸੇ ਨੇ ਪੁੱਛਿਆ ਕਿ ਤੁਸੀਂ ਸ਼ੈਤਾਨ ਨੂੰ ਦੁਸ਼ਮਣ ਸਮਝਦੇ ਹੋ? ਤਾਂ ਇਹ ਜਵਾਬ ਦਿੱਤਾ ਕਿ ਮੈਂ ਉਸ ਰਹਿਮਾਨ ਦੀ ਯਾਦ ਵਿੱਚ ਹਰ ਵੇਲੇ ਰਹਿੰਦੀ ਹਾਂ। ਮੈਨੂੰ ਸ਼ੈਤਾਨ ਦਾ ਖਿਆਲ ਹੀ ਨਹੀਂ ਆਉਂਦਾ। ਇੱਕ ਦਿਨ ਸਿਹਤ ਖਰਾਬ ਸੀ। ਲੋਕਾਂ ਨੇ ਬਿਮਾਰੀ ਦਾ ਕਾਰਨ ਪੁੱਛਿਆ ਤਾਂ ਜਵਾਬ ਦਿੱਤਾ ਕਿ ਅੱਜ ਮੈਨੂੰ ਸਵੇਰੇ ਬਹਿਸ਼ਤ ਸਵਰਗ ਦੀ ਇੱਛਾ ਹੋ ਆਈ। ਇਸੇ ਤੇ ਮੇਰੇ ਮਾਲਕ ਰੱਬ ਨੇ ਨਾਰਾਜ਼ ਹੋ ਕੇ ਮੈਨੂੰ ਇਹ ਸਜ਼ਾ ਦਿੱਤੀ ਹੈ ਕਿ ਕਿਸੇ ਗੱਲ ਦੀ ਤੂੰ ਚਾਹ ਕਿਉਂ ਪੈਦਾ ਕੀਤੀ ਹੈ। ਆਪ ਕਿਸੇ ਧਨ ਨੂੰ ਉਹ ਹੱਥ ਨਹੀਂ ਸੀ ਲਾਉਂਦੀ। ਇੱਕ ਵਾਰੀ ਕੋਈ ਸ਼ਾਹੂਕਾਰ ਧਨ ਲੈ ਕੇ ਆਇਆ ਤਾਂ ਬਾਹਰ ਬੂਹੇ ਅੱਗੇ ਬੈਠ ਗਿਆ। ਇਤਨੇ ਨੂੰ ਹੁਸਨ ਫਕੀਰ ਆਏ ਤਾਂ ਸ਼ਾਹੂਕਾਰ ਨੇ ਕਿਹਾ, ਮੇਰੇ ਵੱਲੋਂ ਸਿਫਾਰਿਸ਼ ਕਰੋ ਕਿ ਇਹ ਰਕਮ ਕਬੂਲ ਹੋਵੇ। ਉਹ ਸਾਈਂ ਲੋਕ ਨੇ ਜਾ ਕੇ ਸੁਨੇਹਾ ਦਿੱਤਾ ਤਾਂ ਬਸ ਇਹੀ ਜਵਾਬ ਮਿਲਿਆ ਕਿ ਰੱਬ ਸਭ ਦਾ ਰਾਜ਼ਕ ਹੈ। ਭਾਵੇਂ ਕੋਈ ਉਸ ਨੂੰ ਬੁਰਾ ਕਹੇ, ਭਾਵੇਂ ਕੋਈ ਉਸ ਦੀ ਉਸਤਤ ਕਰੇ, ਪਰ ਜੋ ਕੋਈ ਉਸ ਨਾਲ ਪਿਆਰ ਪਾਈ ਰੱਖਦਾ ਹੈ ਉਸ ਨੂੰ ਬਿਨਾਂ ਧਨ ਦੇ ਵੀ ਜ਼ਿੰਦਾ ਰੱਖਦਾ ਹੈ। ਮੈਨੂੰ ਧਨ ਦੀ ਲੋੜ ਨਹੀਂ। ਫਿਰ ਕੀ ਪਤਾ ਉਹ ਧਨ ਕਿਸ ਤਰੀਕੇ ਨਾਲ ਪੈਦਾ ਕੀਤਾ ਹੋਇਆ ਹੈ, ਹਰਾਮ ਦਾ ਹੈ ਕਿ ਹਲਾਲ ਦਾ ਹੈ। ਬਿਮਾਰੀ ਦੀ ਹਾਲਤ ਵਿੱਚ ਕਈ ਸਾਈਂ ਲੋਕਾਂ ਨੇ ਕਿਹਾ ਕਿ ਮੈਂ ਤੁਹਾਡੇ ਲਈ ਰੱਬ ਦੇ ਅੱਗੇ ਦੁਆ ਕਰਦਾ ਹਾਂ ਕਿ ਇਹ ਤਕਲੀਫ ਦੂਰ ਹੋ ਜਾਏ। ਆਪ ਨੇ ਉੱਤਰ ਦਿੱਤਾ ਕਿ ਇਹ ਰੋਗ ਉਸ ਦੇ ਹੁਕਮ ਨਾਲ ਲੱਗਾ ਹੈ, ਤਾਂ ਫਿਰ ਉਸ ਦੀ ਮਰਜ਼ੀ ਦੇ ਖਿਲਾਫ ਦੁਆ ਕਿਉਂ ਕਰਨੀ ਹੈ। ਇਹ ਬਹੁਤ ਵੱਡੀ ਗਲਤੀ ਹੈ। ਇਹ ਸਗੋਂ ਹੋਰ ਗੁਨਾਹ ਸਿਰ ਤੇ ਲੈਣਾ ਬਣਦਾ ਹੈ। ਮੈਂ ਇੱਕ ਲੌਂਡੀ ਹਾਂ। ਲੌਂਡੀ ਨੂੰ ਕਿਸੇ ਚੀਜ਼ ਦੀ ਖੁਆਇਸ਼ ਨਹੀਂ ਕਰਨੀ ਚਾਹੀਦੀ। ਮੈਂ ਕਿਸੇ ਚੀਜ਼ ਦੀ ਚਾਹ ਨਾ ਕਰਾਂ ਔਰ ਉਹ ਰੱਬ ਨੂੰ ਪ੍ਰਵਾਨ ਨਾ ਹੋਵੇ ਤਾਂ ਇਹ ਗੁਨਾਹ ਦੇ ਬਰਾਬਰ ਹੈ। ਕਿਤਨੇ ਸ਼ਰਮ ਦੀ ਗੱਲ ਹੈ ਕਿ ਅਸੀਂ ਉਸ ਮਾਲਕ ਦੀ ਪ੍ਰਸ਼ੰਸਾ ਹੀ ਚਾਹੀਏ ਪਰ ਉਸ ਨੂੰ ਖੁਸ਼ ਨਾ ਕਰੀਏ ਔਰ ਉਸ ਦੀ ਰਜ਼ਾ ਵਿੱਚ ਰਾਜ਼ੀ ਨਾ ਰਹੀਏ। ਇੱਕ ਫਕੀਰ ਰਾਬਿਆ ਨੂੰ ਮਿਲਣ ਆਇਆ ਤਾਂ ਦੇਖਿਆ ਕਿ ਪਾਣੀ ਵਾਲਾ ਪਿਆਲਾ ਟੁੱਟਾ ਪਿਆ ਹੈ, ਸਿਰਹਾਣੇ ਇੱਟ ਹੈ, ਹੇਠਾਂ ਫਟੀ ਹੋਈ ਭੂਰੀ ਹੈ, ਗਲ ਵਿੱਚ ਵੀ ਲੀਰਾਂ ਹਨ।
ਫਕੀਰ ਵੇਖ ਕੇ ਰੋ ਪਿਆ ਕਿ ਰੱਬ ਦੇ ਪਿਆਰਿਆਂ ਦੀ ਇਹ ਹਾਲਤ ਹੈ। ਤਾਂ ਬੋਲਿਆ, ਜੇ ਹੁਕਮ ਕਰੋ ਤਾਂ ਮੇਰੇ ਮੁਰੀਦ ਸ਼ਾਹੂਕਾਰ ਹਨ, ਉਹਨਾਂ ਤੋਂ ਤੁਹਾਡੇ ਲਈ ਬਰਤਨ ਤੇ ਬਸਤਰ ਲਿਆਉਂਦਾ ਹਾਂ। ਤਾਂ ਰਾਬਿਆਂ ਨੇ ਉੱਤਰ ਦਿੱਤਾ ਕਿ ਮੇਰੇ ਤੇ ਸ਼ਾਹੂਕਾਰਾਂ ਦਾ ਦਾਤਾ ਇੱਕੋ ਰੱਬ ਹੀ ਹੈ, ਉਹ ਉਸ ਦੀ ਰਜ਼ਾ ਹੈ। ਮੈਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਕਿ ਕੀ ਉਸ ਨੂੰ ਅਮੀਰ ਬਹੁਤ ਚੇਤੇ ਆਉਂਦੇ ਹਨ ਔਰ ਗਰੀਬ ਭੁੱਲੇ ਹੋਏ ਹਨ। ਜਦ ਉਹ ਸਭ ਦਾ ਹਾਲ ਜਾਣਦਾ ਹੈ ਤਾਂ ਉਸ ਨੂੰ ਚੇਤਾ ਕਿਉਂ ਕਰਾਇਆ ਜਾਵੇ? ਉਹ ਤਾਂ ਜਾਣੀ ਜਾਣ ਹੈ, ਜੈਸੀ ਉਸ ਦੀ ਮਰਜ਼ੀ ਹੈ ਉਹ ਹੀ ਸਾਡੀ ਮਰਜ਼ੀ ਹੈ। ਇੱਕ ਵਾਰੀ ਲੋਕਾਂ ਨੇ ਪੁੱਛਿਆ ਕਿ ਜੇ ਕੋਈ ਗੁਨਾਹਗਾਰ ਪ੍ਰਾਸ਼ਚਿਤ ਕਰੇ ਤਾਂ ਰੱਬ ਮੁਆਫ ਕਰਦਾ ਹੈ ਕਿ ਨਹੀਂ? ਰਾਬਿਆਂ ਨੇ ਉੱਤਰ ਦਿੱਤਾ ਕਿ ਬੰਦਾ ਤੌਬਾ ਹੀ ਉਦੋਂ ਕਰਦਾ ਹੈ ਜਦ ਰੱਬ ਨੂੰ ਕਬੂਲ ਹੋਵੇ। ਜਦ ਤੱਕ ਰੱਬ ਬੰਦੇ ਨੂੰ ਤੌਬਾ ਕਰਨ ਦੀ ਤੌਫੀਕ ਨਹੀਂ ਦਿੰਦਾ, ਬੰਦੇ ਨੂੰ ਤੌਬਾ ਕਰਨ ਦਾ ਖਿਆਲ ਹੀ ਨਹੀਂ ਆਉਂਦਾ। ਆਰਫ ਉਹ ਹੈ ਜੋ ਰੱਬ ਨਾਲ ਦਿਲ ਤੋੜਨ ਲਈ ਦੁਆ ਕਰੇ। ਤੌਬਾ, ਅਰਦਾਸ, ਬੇਨਤੀ, ਪ੍ਰਾਰਥਨਾ ਦਾ ਇੱਕੋ ਹੀ ਭਾਵ ਹੈ। ਬੰਦੇ ਦਾ ਦਿਲ ਬੰਦੇ ਦੇ ਵੱਸ ਵਿੱਚ ਨਹੀਂ ਹੈ। ਇਸੇ ਤਰ੍ਹਾਂ ਰਾਬਿਆ ਇੱਕ ਵਾਰ ਉਸ ਦੀ ਯਾਦ ਵਿੱਚ ਬੈਠੀ ਸੀ ਕਿ ਰੱਬ ਤੋਂ ਦਿਲ ਮੰਗਿਆ ਔਰ ਦੁਆ ਕੀਤੀ, ਆਪਣੇ ਨਾਲ ਜੋੜਨ ਲਈ ਜਾਂ ਤਾਂ ਦਿਲ ਦਿਓ ਜਾਂ ਬਿਨਾਂ ਦਿਲ ਤੋਂ ਮੇਰੀ ਨਮਾਜ਼ ਕਬੂਲ ਕਰੋ। ਇਹ ਮਨ ਹਰ ਘੜੀ ਦੌੜਦਾ ਰਹਿੰਦਾ ਹੈ, ਵੱਸ ਵਿੱਚ ਨਹੀਂ ਰਹਿੰਦਾ, ਕੀ ਕਰਾਂ? ਇਸੇ ਤਰ੍ਹਾਂ ਇੱਕ ਵਾਰੀ ਇੱਕ ਫਕੀਰ ਨੇ ਦੂਜੇ ਆਰਫ ਤੋਂ ਪੁੱਛਿਆ ਕਿ ਅਕਲਮੰਦ ਕੌਣ ਹੈ? ਤਾਂ ਜਵਾਬ ਮਿਲਿਆ ਕਿ ਜੋ ਭਲੇ ਬੁਰੇ ਕਰਮ ਨੂੰ ਪਛਾਣ ਸਕਦਾ ਹੋਵੇ ਔਰ ਅਕਰਮ ਤੋਂ ਦੂਰ ਰਹੇ ਔਰ ਸ਼ੁਭ ਕਰਮ ਨੂੰ ਕਰਦਾ ਰਹੇ। ਇੱਕ ਆਰਫ ਤੋਂ ਪੁੱਛਿਆ ਕਿ ਮੋਮਨ ਕੌਣ ਹੋ ਸਕਦਾ ਹੈ? ਤਾਂ ਜਵਾਬ ਮਿਲਿਆ ਕਿ ਜੋ ਆਪਣੇ ਨਫਸ ਚਿੱਤ ਨੂੰ ਕਾਬੂ ਰੱਖ ਸਕਦਾ ਹੋਵੇ, ਭਾਵ ਕਿ ਆਪਣੇ ਮਨ ਦੇ ਮਗਰ ਨਾ ਲੱਗੇ ਤੇ ਮੋਮ ਦਿਲ ਹੋਵੇ। ਆਰਫ ਉਹ ਹੈ ਕਿ ਜੋ ਆਪਣੇ ਮਾਲਕ ਨੂੰ ਹਰ ਦਮ ਪਾਸ ਵੇਖੇ। ਪੰਜਾਂ ਆਦਮੀਆਂ ਦੀ ਸੰਗਤ ਤੋਂ ਹਰ ਸਮੇਂ ਦੂਰ ਰਹੇ। ਪਹਿਲਾ ਉਹ ਜੋ ਝੂਠ ਬੋਲਦਾ ਹੈ, ਉਸ ਦੀ ਸੰਗਤ ਨਾਲ ਹੰਕਾਰ ਪੈਦਾ ਹੁੰਦਾ ਹੈ। ਦੂਸਰਾ ਮੂਰਖ, ਜਿਸ ਨਾਲ ਜਿਤਨੀ ਭਲਾਈ ਕਰੋਗੇ ਉਤਨਾ ਹੀ ਉਹ ਵੱਡਾ ਨੁਕਸਾਨ ਹੀ ਕਰੇਗਾ। ਤੀਸਰਾ ਕੰਜੂਸ, ਇਸ ਦੀ ਸੰਗਤ ਕਰਨ ਨਾਲ ਅਮੋਲਕ ਵਕਤ ਦਾ ਹਰਜ਼ ਹੁੰਦਾ ਹੈ। ਕੰਜੂਸ ਤੋਂ ਕਿਸੇ ਵਸਤੂ ਦੀ ਪ੍ਰਾਪਤੀ ਦੀ ਆਸ ਨਾ ਰੱਖੋ। ਚੌਥਾ ਪੁਰਸ਼ ਬੁਜ਼ਦਿਲ ਜਾਂ ਕਹਿ ਲਓ ਡਰਾਕਲ, ਐਸਾ ਪੁਰਸ਼ ਵੇਲੇ ਸਿਰ ਨੱਠ ਜਾਂਦਾ ਹੈ ਤੇ ਧੋਖਾ ਦੇ ਜਾਂਦਾ ਹੈ। ਪੰਜਵਾਂ ਪੁਰਸ਼ ਹੈ ਬਦਮਾਸ਼, ਉਸ ਦੀ ਸੰਗਤ ਕਰਨ ਨਾਲ ਉਹ ਆਪਣੀ ਜਿੰਦ ਜਾਨ ਦਾ ਨੁਕਸਾਨ ਕਰ ਸਕਦਾ ਹੈ। ਇਹ ਪੰਜੇ ਹੀ ਆਦਮੀ ਦੇ ਦੋਖੀ ਮੰਨੇ ਗਏ ਹਨ। ਸਾਰੇ ਸਿਆਣੇ ਲੋਕਾਂ ਦਾ ਫਰਮਾਨ ਹੈ ਕਿ ਰਾਤ ਨੂੰ ਸੌਣ ਵੇਲੇ ਮੌਤ ਨੂੰ ਸਿਰਹਾਣੇ ਖੜੀ ਸਮਝਣਾ ਹੈ ਅਤੇ ਜਾਗਦਿਆਂ ਕੰਮਕਾਰ ਕਰਦਿਆਂ ਮੌਤ ਨੂੰ ਸਾਹਮਣੇ ਸਮਝਣਾ ਹੈ। ਇਸ ਸਾਰੀ ਖਲਕਤ ਨੂੰ ਨਾਸ਼ ਹੋਣ ਵਾਲੀ ਹੀ ਜਾਣਨਾ ਹੈ। ਸਦਾ ਰਹਿਣ ਵਾਲੀ ਨਾ ਜਾਣ ਲੈਣਾ ਫਨਾਹ ਦਾ ਮਕਾਨ ਹੈ। ਜੋ ਰੱਬ ਵੱਲੋਂ ਪ੍ਰਾਪਤ ਹੈ ਉਸ ਤੇ ਸਬਰ ਕਰਨਾ, ਸੰਤੋਖੀ ਰਹਿਣਾ, ਉਸ ਦਾ ਧੰਨਵਾਦ ਕਰਦੇ ਰਹਿਣਾ ਹੈ ਅਤੇ ਮਾਲਕ ਦੀ ਇਬਾਦਤ ਕਰਦੇ ਰਹਿਣਾ ਹੈ ਅਤੇ ਕਿਸੇ ਪਦਾਰਥ ਦੀ ਚਾਹਨਾ ਨਾ ਹੋਵੇ, ਇੱਛਾ ਹੀ ਨਾ ਹੋਵੇ। ਜਿਹੜਾ ਇਹਨਾਂ ਗੱਲਾਂ ਤੇ ਅਮਲ ਨਹੀਂ ਕਰਦਾ ਉਸ ਦੇ ਵਾਸਤੇ ਨਰਕ ਦੇ ਦਰਵਾਜ਼ੇ ਦਿਨੇ ਰਾਤ ਹੀ ਖੁੱਲ੍ਹੇ ਰਹਿੰਦੇ ਹਨ। ਜੋ ਅੱਛੀ ਸਵਾਰੀ, ਅੱਛੀ ਖੁਰਾਕ, ਮਾਸ, ਸ਼ਰਾਬ, ਵੱਡੇ ਅਮੀਰਾਂ ਦੀ ਸੰਗਤ, ਇਹਨਾਂ ਦੀ ਪ੍ਰਾਪਤੀ ਲਈ ਪੁਰਸ਼ ਅਯੋਗ ਤਰੀਕੇ ਨਾਲ ਧਨ ਪੈਦਾ ਕਰਦਾ ਹੈ, ਉਹ ਵੀ ਨਰਕਾਂ ਦਾ ਭਾਗੀ ਬਣਦਾ ਹੈ। ਇੱਕ ਸਤਸੰਗੀ ਨੂੰ ਕਿਸੇ ਸਾਈਂ ਲੋਕ ਨੇ ਦੱਸਿਆ, ਜੇ ਤੁਹਾਡਾ ਮਨ ਰੱਬ ਦੇ ਨਾਲ ਪ੍ਰੇਮ ਕਰਨਾ ਚਾਹੁੰਦਾ ਹੈ ਤਾਂ ਤਿੰਨਾਂ ਕੰਮਾਂ ਤੋਂ ਖਬਰਦਾਰ ਰਹੋ। ਪਹਿਲਾ, ਧਨੀਆਂ ਤੇ ਹਾਕਮਾਂ ਤੋਂ ਖਬਰਦਾਰ ਹੋ ਕੇ ਪਰੇ ਰਹੋ। ਦੂਸਰਾ, ਕਿਸੇ ਉਪਰੀ ਔਰਤ ਦੇ ਪਾਸ ਨਾ ਬੈਠੋ, ਭਾਵੇਂ ਉਹ ਨੇਕ ਹੀ ਹੋਵੇ। ਤੇ ਤੀਸਰਾ ਹੈ, ਆਪਣੇ ਕੰਨਾਂ ਤੇ ਅੱਖਾਂ ਨੂੰ ਰਾਗ ਰੰਗ ਤਮਾਸ਼ੇ ਦੇ ਪ੍ਰੇਮੀ ਨਾ ਬਣਾਓ। ਇੱਜ਼ਤ ਸਤਕਾਰ ਵਿੱਚ ਫਰਕ ਪੈਂਦਾ ਹੈ, ਗੁਰਮਤ ਵਿੱਚ ਫਰਕ ਪੈਂਦਾ ਹੈ।
ਇਹਨਾਂ ਤਿੰਨਾਂ ਦਾ ਪ੍ਰੇਮ ਤੁਹਾਨੂੰ ਰੱਬ ਵੱਲੋਂ ਦੂਰ ਲੈ ਜਾਵੇਗਾ। ਇੱਕ ਸਾਈਂ ਲੋਕ ਕਿਹਾ ਕਰਦੇ ਸਨ ਕਿ ਅਸੀਂ ਰੱਬ ਦੀ ਇਬਾਦਤ ਤਾਂ ਜ਼ਰੂਰ ਕਰਦੇ ਹਾਂ, ਪਰ ਕਾਰਜਾਂ ਦੀ ਮਦਦ ਚਾਹੁੰਦੇ ਹਾਂ। ਉਸ ਦੇ ਮਿਲਾਪ ਦੀ ਆਸ ਨਹੀਂ ਰੱਖਦੇ। ਕਿਸੇ ਦੀ ਆਸ ਪੁੱਤਰ ਦੀ, ਕਿਸੇ ਦੀ ਕੋਈ, ਪਰ ਨਿਰਇੱਛਤਾ ਨਾਲ ਨਹੀਂ ਕਰਦੇ। ਮੰਗਾਂ ਅੱਗੇ ਰੱਖ ਲੈਂਦੇ ਹਨ, ਉਹ ਤਾਂ ਪੂਰੀ ਹੋ ਜਾਂਦੀ ਹੈ, ਪਰ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਜੇਕਰ ਅਸੀਂ ਰੱਬ ਦਾ ਓਟ ਆਸਰਾ ਛੱਡ ਕੇ ਹੋਰਨਾਂ ਦਾ ਓਟ ਆਸਰਾ ਤੱਕਦੇ ਹਾਂ ਤਾਂ ਇੱਕ ਤਰ੍ਹਾਂ ਦਾ ਰੱਬ ਨੂੰ ਵਿਸਾਰ ਹੀ ਦਿੱਤਾ ਸਮਝੋ, ਤਾਂ ਰੱਬ ਸਾਡੀ ਇਮਦਾਦ ਕੀ ਕਰੇਗਾ। ਐਸੇ ਪੁਰਸ਼ ਦੀ ਸੰਗਤ ਨਾ ਕਰੋ ਜਿਸ ਦਾ ਗਮ ਨਾਲ ਪਿਆਰ ਹੈ ਅਤੇ ਰੱਬ ਦੀ ਬੰਦਗੀ ਵੱਲ ਉਸ ਦਾ ਧਿਆਨ ਨਹੀਂ ਹੈ। ਸਮਝ ਲਵੋ ਕਿ ਉਸ ਦੀ ਉਮਰ ਵਿਅਰਥ ਹੀ ਬੀਤ ਰਹੀ ਹੈ। ਉਹ ਇਲਮ ਦਾ ਕੱਚਾ ਤੇ ਮਨ ਦਾ ਅੰਨਾ ਹੈ। ਜਦ ਰਾਤ ਪੈਂਦੀ ਹੈ ਤਾਂ ਇੱਕ ਗੁਰਮੁਖ ਪੁਰਸ਼ ਖੁਸ਼ ਹੁੰਦਾ ਹੈ ਕਿ ਇਕਾਂਤ ਦਾ ਮੌਕਾ ਮਿਲਿਆ ਹੈ ਔਰ ਸਮਾਂ ਰੱਬ ਦੀ ਯਾਦ ਵਿੱਚ ਬੀਤਦਾ ਹੈ। ਜਦ ਸਵੇਰ ਹੋ ਜਾਂਦੀ ਹੈ ਤਾਂ ਉਹ ਗੁਰਮੁਖ ਉਦਾਸ ਹੋ ਜਾਂਦਾ ਹੈ ਕਿ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਦੁਨੀਆ ਦੇ ਲੋਕ ਮਤਲਬੀ ਹਨ। ਜਿਸ ਤੇ ਮਾਲਕ ਦੀ ਮਿਹਰ ਹੋ ਜਾਂਦੀ ਹੈ ਉਸ ਦਾ ਮਨ ਆਪਣੇ ਵੱਲ ਖਿੱਚਦਾ ਹੈ। ਉਸ ਨੂੰ ਦੁਨੀਆ ਦੇ ਫਿਕਰ, ਅੰਦੇਸੇ, ਧਨ ਦੀ ਥੁੜ ਪੈਦਾ ਕਰਦਾ ਹੈ ਔਰ ਜਿਸ ਨੂੰ ਆਪਣੇ ਵੱਲੋਂ ਬੇਮੁਖ ਕਰਨਾ ਚਾਹੁੰਦਾ ਹੈ ਉਸ ਨੂੰ ਅਮੀਰ, ਗਰੀਬ, ਸੇਠ, ਸ਼ਾਹੂਕਾਰ ਬਣਾ ਕੇ ਉਸ ਲਈ ਦੁਨਿਆਵੀ ਐਸ਼ ਤੇ ਵਿਕਾਰਾਂ ਦੇ ਸਮਾਨ ਪੈਦਾ ਕਰਦਾ ਹੈ। ਇਸ ਦੁਨੀਆ ਵਿੱਚ ਰੁੱਝ ਜਾਣਾ ਆਸਾਨ ਹੈ, ਪਰ ਇਸ ਤੋਂ ਪਰੇ ਚੁੱਪ ਹੋ ਜਾਣਾ ਬੜਾ ਹੀ ਔਖਾ ਹੈ। ਮਾਲਕ ਐਸੇ ਆਦਮੀ ਤੇ ਆਪਣੀ ਲਾਨਤ ਭੇਜਦਾ ਹੈ ਜੋ ਉੱਪਰੋਂ ਤਾਂ ਲੋਕਾਂ ਨਾਲ ਦੋਸਤੀ ਰੱਖਦਾ ਹੈ, ਪਰ ਅੰਦਰੋਂ ਦੁਸ਼ਮਣੀ, ਈਰਖਾ ਤੇ ਦੁਈ ਅਦਵੈਤ ਕਰਦਾ ਹੈ। ਬਾਬਾ ਸ਼੍ਰੀ ਚੰਦ ਜੀ ਤੋਂ ਸਾਈਂ ਲੋਕਾਂ ਦੇ ਬਚਨ ਸੁਣ ਕੇ ਸਭ ਸੰਗਤਾਂ ਨੇ ਬਾਬਾ ਜੀ ਦੇ ਅੱਗੇ ਮੱਥੇ ਟੇਕੇ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।